ਅੱਜ ਗੱਲ ਕਰਦੇ ਹਾਂ ਫਾਰਮ 5 IMM 5709 ਕਿਉਂਕਿ ਜਦੋਂ ਸਟੱਡੀ ਪਰਮਿਟ ਅਪਲਾਈ ਕਰਦੇ ਹਾਂ ਜਾਂ ਐਕਸਟੈਂਡ ਕਰਾਉਂਦੇ ਨਾ ਇਹ ਫਾਰਮ ਦੀ ਸਾਨੂੰ ਬੜੀ ਜ਼ਰੂਰਤ ਪੈਂਦੀ ਹੈ ਉੱਥੇ ਇਹ ਫਾਰਮ ਭਰਨਾ ਹੁੰਦਾ। ਪਰ ਸਾਨੂੰ ਜਦੋਂ ਨਵੀਂ ਭਰਿਆ ਸੀ ਮੈਨੂੰ ਬੜੀਆਂ ਵੀਡੀਓ ਵੇਖੀਆਂ, ਬੜੀ ਸਰਚ ਕੀਤੀ, ਫਿਰ ਮੈਨੂੰ ਕਿਤੇ ਪਤਾ ਲੱਗਾ ਵੀ ਕਿਹੜੀ ਡੇਟ ਕਿੱਥੇ ਭਰਨੀ ਹੈ ਕਿਉਂਕਿ ਡੇਟਾਂ ਦਾ ਨਹੀਂ ਪਤਾ ਲੱਗਦਾ। ਇਸ ਕਰਕੇ ਮੈਂ ਆਪਣਾ ਭਰਿਆ ਬਾਅਦ ਚ ਸਾਰੀ ਐਕਸਪਲੇਨ ਮੈਂ ਹੁਣ ਅੱਜ ਵੀਡੀਓ ਦੀ ਜਾਣਕਾਰੀ ਦਊਂ, ਬਰੀਫਲੀ ਜਾਣਕਾਰੀ। ਵੀਡੀਓ ਲੰਬੀ ਜਾਊਗੀ ਕਿਉਂਕਿ ਓਬਵੀਅਸਲੀ ਜੇ ਅਸੀਂ ਜਾਣਕਾਰੀ ਬਰੀਫ ਵਿੱਚ ਦਵਾਂਗੇ ਤੇ ਵੀਡੀਓ ਲੰਬੀ ਜਾਣੀ ਹੈ। ਸਕਿਪ ਨਾ ਕਰਿਓ। ਇੱਕ ਥਾਂ ਤੇ ਹੁੰਦਾ ਵਾ ਆਰ ਜੋ ਲਾਫੁਲ US ਰੈਜ਼ੀਡੈਂਸ ਇਦਾਂ ਕੋਈ ਕੁਐਸਚਨ, ਉਹਦੇ ਵਿੱਚ ਨੋ ਭਰਨਾ ਹੁੰਦਾ ਕਿਉਂਕਿ ਫਿਰ US ਦੇ ਰੈਜ਼ੀਡੈਂਸ ਨਹੀਂ ਆ। ਤੇ ਬਾਕੀ ਸਾਰੀ ਵੀਡੀਓ ਬਰੀਫ ਵਿੱਚ ਹੈ ਕਾਫੀ, ਇਸ ਕਰਕੇ ਵੀਡੀਓ ਲੰਬੀ ਜਾਊਗੀ। ਜੇ ਧਿਆਨ ਨਾਲ ਵੇਖੋਗੇ ਤੇ ਇੱਕੋ ਵੀਡੀਓ ਵੇਖ ਕੇ ਤੇ ਫਾਰਮ ਭਰ ਸਕਦੇ ਜੀ, ਇਹ ਗਾਰੰਟੀ ਆ। ਤੇ ਵੀਡੀਓ ਨੂੰ ਫਾਰਮ ਡਾਊਨਲੋਡ ਕਿੱਥੋਂ ਕਰਨਾ ਤੁਹਾਨੂੰ ਇਹ ਜਾਣਕਾਰੀ ਦਿੰਦਾ ਵਾਂ। ਤੁਸੀਂ ਗੂਗਲ ਤੇ ਜਾਣਾ ਆਪਣੇ ਕੰਪਿਊਟਰ ਦੇ ਤੇ ਉੱਥੇ ਜਾ ਕੇ ਲਿਖਣਾ ਵਾ IMM 5709 PDF ਫਾਰਮ ਡਾਊਨਲੋਡ। ਜਦੋਂ ਇਹ ਲਿਖ ਕੇ ਤੇ ਸਰਚ ਮਾਰ ਦੇਣਾ, ਉੱਥੇ ਗਾਲਲੇ ਪਾਸੇ ਜਿਹੜਾ ਸਭ ਤੋਂ ਪਹਿਲੇ ਨੰਬਰ ਤੇ ਲਿੰਕ ਆਊਗਾ ਨਾ ਉਹਦੇ ਉੱਤੇ ਕਲਿੱਕ ਕਰ ਦੇਣਾ। ਉਹ ਕਲਿੱਕ ਕਰਦੇ ਸਾਰੀ ਥੱਲੜੇ ਪਾਸੇ ਡਾਊਨਲੋਡਿੰਗ ਸ਼ੁਰੂ ਹੋ ਜਾਣੀ ਹੈ। ਉਹ ਡਾਊਨਲੋਡਿੰਗ ਜਦੋਂ ਸ਼ੁਰੂ ਹੋ ਗਈ ਉਹ ਥੱਲੜੇ ਪਾਸੇ ਨਾਲ ਡਾਊਨਲੋਡ ਹੋ, ਪਹਿਲੇ ਨੰਬਰ ਤੇ ਲਿੰਕ ਤੇ ਕਲਿੱਕ ਕਰਦੇ ਸਾਰੀ ਤੁਹਾਨੂੰ ਜਦੋਂ ਸ਼ੁਰੂ ਹੋਣ ਡਿਆ ਵਾ ਉਹ ਤੇ ਸ਼ੋ ਕਰਦੇ ਸਾਰੀ ਫਾਰਮ ਡਾਊਨਲੋਡ ਹੋ ਜਾਣਾ ਵਾ। ਕਈ ਕੰਪਿਊਟਰਾਂ ਵਿੱਚ ਜਿਵੇਂ ਆ ਥੱਲੇ ਤੁਸੀਂ ਵੇਖ ਸਕਦੇ ਫਾਰਮ ਡਾਊਨਲੋਡ ਹੋ ਗਿਆ, ਇਹਨੂੰ ਓਪਨ ਕਰ ਲਿਓ ਜਾਂ ਸ਼ੋਨ ਫੋਲਡਰ ਕਰ ਲਿਓ। ਕਈਆਂ ਨਾ ਕੰਪਿਊਟਰਾਂ ਦੇ ਵਿੱਚ ਨਹੀਂ ਖੋਲਦਾ, ਓਪਨ ਨਹੀਂ ਹੁੰਦਾ। ਉੱਥੇ ਨਾ ਐਕਰੋਬੈਟ ਅਡੋਬ ਰੀਡਰ ਹੁੰਦਾ ਵਾ ਇੱਕ ਸੌਫਟਵੇਅਰ, ਉਹ ਡਾਊਨਲੋਡ ਕਰ ਲਿਓ। ਥੱਲੇ ਜਾ ਕੇ ਜਾਂ ਜਿੱਥੇ ਡਾਊਨਲੋਡ ਹੋਊਗਾ ਨਾ ਫਾਈਲ ਦੇ ਵਿੱਚ ਜਾ ਕੇ ਕੰਪਿਊਟਰ ਦੀ ਕੰਪਿਊਟਰ 'ਚ ਹੀ ਹੋਣਾ ਵਾ ਓਪਨ, ਉੱਥੇ ਜਾ ਕੇ ਤੇ ਇਹਨੂੰ ਓਪਨ ਵਿਦ ਕਰਕੇ ਨਾ ਡਿਫਰੈਂਟ ਨਾਲ ਮਤਲਬ ਰੀਡਰ ਨਾਲ ਇਹਨੂੰ ਓਪਨ ਕਰਨ ਦੀ ਕੋਸ਼ਿਸ਼ ਕਰਿਓ, ਜ਼ਰੂਰ ਓਪਨ ਹੋਊਗਾ। ਬਾਕੀ ਗਾੜੀ ਪ੍ਰੋਸੈਸ ਆ ਵੇਖ ਲਓ ਇਹਨੂੰ ਫਿਲ ਕਰਨਾ। ਆ ਜਿਹੜਾ ਫਾਰਮ ਖੁੱਲ ਗਿਆ, ਇਹ ਫਾਰਮ ਨੂੰ ਫਿਲ ਕਰਨਾ ਵਾ। ਜੋ ਸੇ ਨੰਬਰ 10 ਅੱਖਰਾਂ ਦਾ ਹੁੰਦਾ ਵਾ, ਜਿਵੇਂ ਅਸੀਂ ਨਾ ਨੰਬਰ ਆਪਣੇ ਕੋਲੋਂ ਭਰਦੇ ਹਾਂ, ਤੁਹਾਨੂੰ ਤੁਹਾਡੇ ਸਟੱਡੀ ਪਰਮਿਟ ਤੋਂ ਮਿਲ ਜਾਣਾ। ਜਿਵੇਂ 1 1 1 2 2 2 3 3 3 1 4 ਇੱਦਾਂ ਹੀ ਮਤਲਬ ਵੀ ਕੁਛ ਨੰਬਰ ਹੁੰਦਾ ਵਾ। ਥੋੜਾ ਫੇਕ ਜਿਹਾ ਭਾਂਡੇ ਆ ਇੰਗਲਿਸ਼, ਕਿਉਂਕਿ ਅਸੀਂ ਜ਼ਿਆਦਾਤਰ ਇੰਗਲਿਸ਼ ਹੀ ਆਉਂਦੀ ਹੁੰਦੀ, ਫਰੈਂਚ ਤੇ ਆਉਂਦੀ ਕਿਸੇ ਨੂੰ ਨਹੀਂ ਹੈ, ਇਹ ਕਰਕੇ ਇੰਗਲਿਸ਼। ਅਪਲਾਈ ਫੋਰ ਏ ਸਟੱਡੀ ਪਰਮਿਟ ਫੋਰ ਫਸਟ ਟਾਈਮ ਔਰ ਐਕਸਟੈਂਡ ਸਟੱਡੀ ਪਰਮਿਟ ਹੈ ਨਾ, ਇੱਥੇ ਕਲਿੱਕ ਕਰ ਦੇਣਾ। ਆਪਣਾ ਨਾਂ ਹੈ, ਪਾਸਪੋਰਟ ਤੇ ਵੇਖ ਲੈਣਾ ਇੱਕ ਵਾਰੀ ਚੰਗੀ ਤਰ੍ਹਾਂ ਕਿ ਗਿਵਨ ਨੇਮ ਲਿਖਿਆ ਕਿ ਫੈਮਿਲੀ ਨੇਮ। ਅੱਜ ਦਾ ਗਿਵਨ ਨੇਮ ਆ, ਫੈਮਿਲੀ ਨੇਮ ਜਿਵੇਂ ਸਾਡਾ ਫੈਮਿਲੀ ਨੇਮ, ਮੈਂ ਆਪਣਾ ਨਾਂ ਹੀ ਭਰ ਦੇਣਾ ਇੱਥੇ JAGP। ਸਾਡਾ ਫਸਟ ਨੇਮ ਲਾਸਟ ਨੇਮ ਦਾ ਕੋਈ ਚੱਕਰ ਨਹੀਂ ਹੁੰਦਾ ਜ਼ਿਆਦਾਤਰ, ਅਗਰ ਹੋਏ ਤਾਂ ਬੰਦਾ ਭਰ ਦਿੰਦਾ। ਬਾਕੀ ਜਿਵੇਂ ਆਪਣਾ ਨਾਂ ਤੇ ਵੱਡੇ ਅੱਖਰਾਂ 'ਚ ਲਿਖਣਾ ਤੇ ਇੱਥੇ ਕੋਈ ਛੋਟਾ ਨਾਮ ਪਾਸਪੋਰਟ ਦੇ ਉੱਤੇ ਸਾਡਾ ਛੋਟਾ ਨਾਮ ਤਾਂ ਕੋਈ ਨਹੀਂ ਹੁੰਦਾ ਕਿਉਂਕਿ ਨੋ ਹੀ ਕਰ ਦੇਣਾ ਇੱਥੇ ਹੈ ਨਾ। ਜ਼ਿਆਦਾਤਰ ਛੋਟਾ ਨਾਮ ਕਿਸੇ ਨੇ ਨਹੀਂ ਭਰਾਇਆ ਹੁੰਦਾ, ਜਿਵੇਂ ਹੁਣ ਜਗਪ੍ਰੀਤ ਜੋਗਾ ਕਿਸੇ ਨੇ ਨਹੀਂ ਭਰਾਇਆ। ਤੇ ਸੈਕਸ ਜੇ ਕੁੜੀ ਤੇ ਫਿਰ ਫੀਮੇਲ, ਤੇ ਜੇ ਮੁੰਡਾ ਤੇ ਫਿਰ ਮੇਲ। ਚਲੋ ਆਪਣੀ ਡੇਟ ਬਰਥ ਭਰ ਗਏ। ਇੱਥੇ ਪਹਿਲਾਂ ਸਨ ਭਰਦੇ ਆ, ਉਹ ਸੌਰੀ 95 6 ਮਹੀਨਾ ਤੇ 26 ਤਰੀਕ ਆ ਗਿਆ ਸਾਡਾ ਜਨਮ ਦਿਨ। ਵੀ ਸਿਟੀ ਜੰਮੇ ਜਿੱਥੇ ਤੁਸੀਂ ਹੈ ਨਾ, ਕਿਉਂ ਮਤਲਬ ਕਿ ਆਪਣੇ ਪਿੰਡ 'ਚ ਜੰਮੇ ਹੈ ਨਾ, ਉਸ ਹਿਸਾਬ ਨਾਲ ਭਰ ਦੇਣਾ। ਕਿਹੜੀ ਕੰਟਰੀ ਕਿਹੜੀ ਹੈ, ਇੰਡੀਆ। ਚਾਲ ਵੀ ਸ਼ੇਰਾ ਮਿੰਟੋ ਮਿੰਟ ਨਿਕਲਿਆ ਇੰਡੀਆ, ਕਿੱਥੇ ਗਿਆ ਇੰਡੀਆ। ਨਾ ਇੰਡੀਆ। ਸਿਟੀਜ਼ਨਸ਼ਿਪ ਉਹ ਸਾਡੇ ਕੋਲ ਕਿਹੜੀ ਅਮਰੀਕਾ ਦੀ ਹੋਣੀ ਆ, ਇੰਡੀਆ ਹੀ ਆ। ਸਾਡਾ ਭਾਰਤ ਮਹਾਨ, ਜਿਹਨੇ ਸਾਨੂੰ ਜੰਮਿਆ, ਜਿਹੜੇ ਦੇਸ਼ 'ਚ ਜੰਮੇ ਆ। ਲਓ ਜੀ, ਸਾਡਾ ਸਿਟੀਜ਼ਨਸ਼ਿਪ ਵੀ ਹੋ ਗਈ। ਤੇ ਸਟੇਟਸ ਇੱਥੇ ਕੈਨੇਡਾ ਆਟੋਮੈਟਿਕ ਹੋਣਾ ਕਿਉਂਕਿ ਅਸੀਂ ਜ਼ਿਆਦਾਤਰ ਐਕਸਟੈਂਡ ਵਾਸਤੇ ਕਰਦੇ ਹਾਂ। ਤੇ ਕੈਨੇਡਾ ਆਟੋਮੈਟਿਕ ਲਿਖਿਆ ਹੋਣਾ ਕਿਉਂਕਿ ਕੈਨੇਡਾ ਦੇ ਅੰਦਰੋਂ ਅਸੀਂ ਆਪਣਾ ਬਣਾਉਂਦੇ ਹਾਂ, ਐਕਸਟੈਂਡ ਕਰਾਉਂਦੇ। ਤੇ ਅਸੀਂ ਹੈ ਤੇ ਅਸੀਂ ਸਟੂਡੈਂਟ ਆ, ਹੈ ਨਾ, ਸਟੂਡੈਂਟ ਸਾਡਾ ਸਟੇਟਸ ਹੋ ਗਿਆ। ਫਰੋਮ ਇੱਥੇ ਉਹ ਡੇਟ ਲਿਖਣੀ ਹੁੰਦੀ ਆ ਕਿਉਂਕਿ ਕਈਆਂ ਦੇ ਮਨਾਂ 'ਚ ਭੁਲੇਖਾ ਹੁੰਦਾ ਕਿਹੜੀ ਡੇਟ ਲਿਖਣੀ। ਜਿੰਨੀ ਨੂੰ ਅਸੀਂ ਇੱਥੇ ਆਏ, ਮੰਨ ਲਓ ਮੈਂ 2020 ਦੇ ਵਿੱਚ ਉਤਰਿਆ ਹੈ ਨਾ, ਤੇ ਮਹੀਨਾ ਅਸੀਂ ਪਹਿਲਾ ਲਾ ਲਓ ਤੇ ਤਰੀਕ ਵੀ 1 ਲਾ ਲਓ ਹੈ ਨਾ। ਇੱਥੇ ਅਗਲੇ 2 ਦੇ ਉੱਤੇ ਤੇ ਉਹ ਡੇਟ ਲਿਖਣੀ ਹੈ ਜਿਹੜਾ ਤੁਹਾਡੇ ਕੋਲ ਹੈ ਨਾ, ਕਿਉਂਕਿ ਜਦੋਂ ਸਾਨੂੰ ਸਟੱਡੀ ਪਰਮਿਟ ਜ਼ਿਆਦਾਤਰ ਮਿਲਦਾ ਵਾ
ਉਹ 에ਅਰਪੋਰਟ ਤੇ ਮਿਲ ਜਾਂਦਾ। ਇਸ ਕਰਕੇ ਹਨਾ ਉਦੋਂ ਹੀ ਸਾਡਾ ਸਟਾਰਟ ਹੁੰਦਾ ਸਟੱਡੀ ਪਰਮਿਟ ਦੇ ਕਰਕੇ ਇੱਥੇ ਉਹ ਡੇਟ ਲਿਖ ਦੇਣੀ ਵੀ ਜਿੱਦਣ ਅਸੀਂ ਆਏ ਹਾਂ। ਜੇਕਰ ਨੂੰ ਬਾਅਦ ਚ ਮਿਲੇ ਤਾਂ ਉਸ ਹਿਸਾਬ ਨਾਲ ਮੋਸਟਲੀ ਸਾਨੂੰ 에ਅਰਪੋਰਟ ਦੇ ਉੱਤੇ ਮਿਲ ਜਾਂਦਾ ਜਿੱਦਣ ਅਸੀਂ ਨਾ ਇੱਥੇ ਲੈਂਡ ਕਰਦੇ ਹਾਂ। ਇੱਥੇ ਉਹ ਡੇਟ ਲਿਖਣੀ ਜਿਹੜਾ ਤੁਹਾਡੇ ਕੋਲ ਵਰਕ ਪਰਮਿਟ ਆ ਨਾ, ਆਲਰੇਡੀ ਤੁਹਾਡੇ ਕੋਲ ਵਰਕ ਪਰਮਿਟ ਆ, ਉਹਦੀ ਜਿਹੜੀ ਐਂਡ ਡੇਟ ਆ ਐਕਸਟੈਂਡ ਕਰਾ ਕੇ ਨਹੀਂ, ਐਕਸਟੈਂਡ ਤੋਂ ਪਹਿਲਾਂ ਜਿਹੜਾ ਤੁਹਾਡੇ ਕੋਲ ਹਨਾ 26 ਜਦੋਂ ਆ ਤੁਹਾਡੇ ਕੋਲ ਜਿਹੜਾ ਆਲਰੇਡੀ ਹੈਗਾ ਹਨਾ ਵਰਕ ਪਰਮਿਟ ਜਿਹੜਾ ਮੁੱਕਣ ਡਿਆ ਵਾ ਉਹਦੀ ਡੇਟ ਲਿਖਣੀ ਐਂਡ ਡੇਟ। ਤੇ ਇਹ ਮੈਂ ਬੜਾ ਨਾ ਸਰਚ ਕਰਕੇ ਤੇ ਮੈਂ ਫੇਰ ਲੱਭੇ ਸੀ ਇੱਥੇ ਨੋ ਕਰ ਦੇਣਾ, ਕਿਉਂਕਿ ਅਸੀਂ ਕਿਸ ਕੰਟਰੀ 'ਚ ਤਾਂ ਪਹਿਲਾਂ ਰਹੇ ਨਹੀਂ ਹੁੰਦੇ ਨਾ ਗਏ ਹੁੰਦੇ, ਕਿਉਂਕਿ ਮੈਨੂੰ ਬੜੀ ਸਰਚ ਕਰਨੀ ਪਈ ਕਰਕੇ ਸੋਚਿਆ ਬਰੀਫ 'ਚ ਵੀਡੀਓ ਬਣਾਈਏ। ਇਹ ਡੇਟਾਂ ਦਾ ਜ਼ਿਆਦਾਤਰ ਭੁਲੇਖਾ ਪੈਂਦਾ। ਇੱਥੇ ਉਹ ਡੇਟ ਜਿਹੜੀ 에ਅਰਪੋਰਟ ਤੇ ਲੈਂਡ ਕੀਤੇ ਜਦੋਂ ਪਹਿਲੇ ਦਿਨ ਸਾਨੂੰ ਸਟੱਡੀ ਪਰਮਿਟ ਮਿਲਿਆ, ਤੇ ਉਹ ਡੇਟ ਜਿਹੜਾ ਤੁਹਾਡੇ ਕੋਲ ਹੈਗਾ ਸਟੱਡੀ ਪਰਮਿਟ ਤੇ ਉਹ ਜਿੱਦਣ ਮੁੱਕਣ ਡਿਆ ਵਾ ਹਨਾ। ਮੈਰਿਟਲ ਸਟੇਟਸ, ਜੇ ਕੋਈ ਵਿਆਹ ਤਾਂ ਆਪਣੀ ਫਿਰ ਜਾਣਕਾਰੀ ਭਰੋ, ਇਹਦੇ ਵਿੱਚ ਸਿੰਗਲ ਮਤਲਬ ਪੰਜਾਬੀ 'ਚ ਛੜੇ ਕਹਿ ਲਓ। ਨੋ ਲੀਗਲ ਕੋਮਨ ਲਾ ਪਾਰਟਨਰ, ਵਿਆਹ ਵੀ ਸਾਡਾ ਕਾਨੂੰਨੀ ਤੌਰ ਤੇ ਕੋਈ ਨਹੀਂ ਹੋਇਆ ਹਨਾ। ਨੇਟਿਵ ਲੈਂਗੁਏਜ ਸਾਡੀ ਕਿਹੜੀ ਆ ਕਰਕੇ ਨੇਟਿਵ ਲੈਂਗੁਏਜ ਜੇ ਕਿਸੇ ਦੀ ਹਿੰਦੀ ਆ ਤੇ ਹਿੰਦੀ ਲੈ ਸਕਦਾ ਹਨਾ, ਤੇ ਜੇ ਕਿਸੇ ਦੀ ਉਰਦੂ ਲਿਖੋ ਤੇ ਸਾਡੀ ਆ ਮਾਂ ਬੋਲੀ ਪੰਜਾਬੀ, ਆ ਜਾ ਪੰਜਾਬੀ ਕੇ ਤੇ ਸਾਰੀਆਂ ਭਾਸ਼ਾਵਾਂ ਆ ਜਾਣੀਆਂ ਤੇ ਭਾਸ਼ਾ ਆਪਣੀ ਚੁਣ ਲਓ। ਕਿਉਂਕਿ ਛੋਟੀਆਂ ਚੀਜ਼ਾਂ ਦਾ ਨਾ ਜਦੋਂ ਅਸੀਂ ਪਹਿਲੀ ਵਾਰ ਕਰਦੇ ਸਾਨੂੰ ਬੜਾ ਭੁਲੇਖਾ ਪੈਂਦਾ। ਆਰ ਯੂ ਏਬਲ ਟੂ ਕਮਿਊਨੀਕੇਟ ਤਾਂ ਅਸੀਂ ਇੰਗਲਿਸ਼ ਵਿੱਚ ਹੀ ਕਰਨਾ, ਸਾਨੂੰ ਕਿੱਥੇ ਆਉਂਦੀਆਂ ਫਰੈਂਚ ਪਾਰਲੇ ਫਰਾਂਸੇ ਸੇ ਤਰੇ ਡਿਫਿਸਿਲ। ਅਸੀਂ ਇੱਕ ਗੱਲ ਦਾ ਧਿਆਨ ਰੱਖਣਾ ਵਾ, ਜਿੱਥੇ ਸਟਾਰ ਲੱਗੇ ਨਾ ਜਿਵੇਂ ਆ ਏ ਬੀ ਦੇ ਅੱਗੇ ਸਟਾਰ ਆ ਏ ਦੇ ਅੱਗੇ, ਅਸੀਂ ਉਹ ਕੁਐਸਚਨ ਫਿਲ ਕਰਨੇ ਜਿੰਨਾ ਅੱਗੇ ਸਟਾਰ। ਇੱਥੇ ਵੇਖੋ ਕੁਐਸਚਨਾਂ ਦੇ ਅੱਗੇ ਸਟਾਰ ਹੈ ਨਹੀਂ, ਇੱਥੇ ਸਟਾਰ ਹੈਗਾ ਉਹ ਕੁਐਸਚਨ, ਦੂਜੇ ਮੈਂਡੇਟਰੀ ਨਹੀਂ ਹੁੰਦੇ, ਨਾ ਫਿਲ ਕਰੋ ਕੋਈ ਚੱਕਰ ਨਹੀਂ। ਅਸੀਂ ਆਈਲੈਟਸ ਦਾ ਟੈਸਟ ਦਿੱਤਾ ਹੁੰਦਾ ਇਸ ਕਰਕੇ ਇੱਥੇ ਜੈਸ ਕਹਿ ਦੇਣਾ, ਕਿਉਂਕਿ ਆਈਲੈਟਸ ਦਾ ਟੈਸਟ ਦੇ ਕੇ ਆਏ ਹੁੰਦੇ ਹਾਂ। ਹੁਣ ਇੱਥੇ ਆਉਂਦੀ ਹੈ ਪਾਸਪੋਰਟ ਦੀ ਵਾਰੀ ਆਪਣੇ ਦੀ। ਪਾਸਪੋਰਟ ਨੰਬਰ, ਇਹ ਤੁਹਾਡੇ ਪਾਸਪੋਰਟ ਤੇ ਤੁਹਾਡਾ ਨੰਬਰ ਲਿਖਿਆ ਹੁੰਦਾ ਵਾ। ਜਿਵੇਂ ਮੈਂ ਪਾਸਪੋਰਟ ਨੰਬਰ ਆਪਣੇ ਕੋਲੋਂ ਤੁਹਾਨੂੰ ਭਰ ਦਿੰਦਾ ਵਾ, ਕਿਉਂਕਿ ਹੁਣ ਅਸਲੀ ਤੇ ਲਿਖ ਨਹੀਂ ਸਕਦਾ। ਬਾਟ 81 ਹਨਾ ਆਪਣਾ ਪਾਸਪੋਰਟ ਦਾ ਨੰਬਰ, ਕਿਹੜੀ ਕੰਟਰੀ ਨੇ ਤੁਹਾਨੂੰ ਇਸ਼ੂ ਕੀਤਾ ਪਾਸਪੋਰਟ। ਓਬਵੀਅਸਲੀ ਸਾਨੂੰ ਇੰਡੀਆ ਨੇ ਇਸ਼ੂ ਕੀਤਾ ਹੋਣਾ, ਕਿਉਂਕਿ ਇੰਡੀਆ ਦੇ ਜੰਮ ਪਹਿਲਾਂ ਕਿੱਥੇ ਗਿਆ, ਇੰਡੀਆ ਹਨਾ। ਪਾਸਪੋਰਟ ਦੀ ਇਸ਼ੂ ਡੇਟ ਜਿੱਦਣ ਉਹ ਤੁਹਾਡੀ ਡੇਟ ਪਾਸਪੋਰਟ ਦੇ ਉੱਤੇ ਲਿਖੀ ਹੁੰਦੀ ਆ, ਜਿੱਦਣ ਤੁਹਾਨੂੰ ਇਸ਼ੂ ਹੋਇਆ 2017 ਚੌਥਾ ਮਹੀਨਾ, ਇਹਦੇ ਵਿੱਚ ਮਹੀਨਾ ਵੇਖ ਲਓ ਨਾ ਮਹੀਨਾ ਪਹਿਲਾਂ ਹੁੰਦਾ ਤੇ 2 ਤਰੀਕ ਤਾਂ ਐਕਸਪਾਇਰੀ ਡੇਟ ਤੁਹਾਡੇ ਪਾਸਪੋਰਟ ਦੇ ਉੱਤੇ ਹੋਣੀ ਆ 2027। ਇਹ ਤਰੀਕ ਆ ਸਾਡੀ ਆ ਗਈ। ਹਾਂ ਨੈਸ਼ਨਲ ਡਾਕੂਮੈਂਟ ਜੇ ਤੁਹਾਡੇ ਕੋਲ ਹੈਗਾ ਤਾਂ ਹਨਾ, ਜਿੱਦਾਂ ਮੇਰੇ ਕੋਲ ਲਾਇਸੈਂਸ ਹੀ, ਜੇ ਨਹੀਂ ਤਾਂ ਨੋ ਕਰ ਦਿਓ। ਇੱਥੋਂ ਦਾ ਨੈਸ਼ਨਲ ਡਾਕੂਮੈਂਟ ਤੇ ਅਬਲ ਤੇ ਹੁੰਦਾ ਹੀ ਆ ਜ਼ਿਆਦਾਤਰ, ਲਾਇਸੈਂਸ ਹਰ ਕੋਈ ਬਣਾ ਲੈਂਦਾ, ਭਾਵੇਂ G1 ਕੋਈ ਬਣਾ ਲੈਂਦਾ, ਭਾਵੇਂ ਕੋਈ ਕਲਾਸ 1, ਕਿਉਂਕਿ ਨੰਬਰ ਤੇ ਸਾਡੇ ਕੋਲ ਲਾਇਸੈਂਸ ਦਾ ਹੁੰਦਾ ਹੀ ਆ। ਭਾਵੇਂ ਕਿਉਂ ਜਾਣ ਕੇ ਸਟਾਰਟ ਕੀਤੀ ਆ ਫਾਈਲ, ਤਾਂ ਵੀ ਸਾਨੂੰ ਲਾਇਸੈਂਸ ਦਾ ਨੰਬਰ ਮਿਲ ਜਾਂਦਾ ਵਾ। ਇਸ ਕਰਕੇ ਲਾਇਸੈਂਸ ਨੰਬਰ ਆ, ਚਲੋ ਮੈਂ ਤੁਹਾਨੂੰ ਨਾ ਇੱਕ ਡੈਮੋ ਦੇ ਦਿੰਦਾ ਵਾ। ਜਿਵੇਂ ਮੇਰਾ ਵਾ ਲਾਇਸੈਂਸ ਨੰਬਰ ਹਾਂ ਆਪੋ ਆ, ਤੇ ਇਹ ਜਨਮ ਤਰੀਕ ਦੇ ਹਿਸਾਬ ਨਾਲ ਹੁੰਦਾ ਵਾ ਹਾਂ। ਆ ਲਾਇਸੈਂਸ ਨੰਬਰ ਲਾ ਲਓ ਹਨਾ। ਆਪਣੀ ਆਈਡੀ ਤੇ ਕੋਈ ਦੇਣੀ ਨਹੀਂ, ਜਿਹੜੀ ਸਾਡੇ ਕੋਲ ਨੈਸ਼ਨਲ ਆਈਡੀ ਆ ਜੇ ਹੈਗੀ ਆ ਤੇ ਦੇ ਦਿਓ। ਇੱਥੇ ਚੰਗਾ ਹੁੰਦਾ ਵੈਸੇ ਦੇ ਦਈਏ ਆਈਡੀ ਤੇ, ਕਿਉਂਕਿ ਹਰ ਕੋਈ G1 ਸਟਾਰਟ ਕਰ ਲੈਂਦਾ, ਉੱਤੇ ਨੰਬਰ ਜ਼ਰੂਰ ਲਿਖਿਆ ਜਾਂਦਾ, ਭਾਵੇਂ ਜੇ ਕੋਈ G1 ਆ ਤੇ ਭਾਵੇਂ ਕਿਊਬਿਕ ਦਾ ਕਲਾਸ 1 ਆ, ਨੰਬਰ ਹਰ ਇੱਕ ਲਾਇਸੈਂਸ ਤੇ ਹੁੰਦਾ ਹੀ ਹੁੰਦਾ ਵਾ। ਹਾਂ ਇੱਥੇ ਆਪਣਾ ਐਡਰੈਸ ਭਰਨ ਦੀ ਵਾਰੀ ਆ ਗਈ ਹੈ, ਤੇ ਸਟਰੀਟ ਨੰਬਰ ਮੰਨ ਲਓ ਘਰ ਦਾ ਐਡਰੈਸ। ਇੱਥੇ ਜਿੱਦਾਂ ਸਾਡੇ ਰੂਈ ਲਮ ਤੇ ਸਿਟੀ ਮੌਂਟਰੀਅਲ, ਆਪਣੇ ਹਿਸਾਬ ਨਾਲ ਜਿਹੜੀ ਸਿਟੀ 'ਚ ਰਹਿੰਦੇ ਜੇ। ਤੁਹਾਡੇ ਘਰ ਦਾ ਐਡਰੈਸ ਆਉਣਾ ਇੱਥੇ। ਪ੍ਰੋਵਿੰਸ, ਆਪਣੀ ਪ੍ਰੋਵਿੰਸ ਤੇ ਇੱਕੋ ਹੀ ਆਪਣੀ ਵਿਚਾਰੀ ਸਭ ਤੋਂ ਘੈਂਟ ਕਿਊਬੈਕ।
ਆਪਣਾ ਨਾ ਕੋਈ ਡੈਮੋ ਕੋ ਪੋਸਟਲ ਕੋਡ ਜੋ ਤੁਹਾਡਾ ਸਹੀ ਆ ਉਹ ਭਰਿਓ। ਥੱਲੇ ਇੱਥੇ ਨੋ ਕਰ ਦੇਣਾ ਕਿ ਤੁਹਾਡਾ ਜਿੱਥੇ ਤੁਹਾਨੂੰ ਸੈਂਡ ਕਰੀਏ ਕੋਈ ਡਾਕੂਮੈਂਟ ਸੇਮ ਹੀ ਐਡਰੈਸ ਆ, ਸੱਚ ਜੈਸ ਕਰਨਾ ਹੈ, ਸੌਰੀ ਜੈਸ ਕਰ ਦੇਣਾ ਵੀ ਸਾਡਾ ਐਡਰੈਸ ਸੇਮ ਹੀ ਆ, ਕਿਉਂਕਿ ਦੋਵੇਂ ਐਡਰੈਸ ਹਨਾ। ਆਹ ਤੁਹਾਡੇ ਘਰ ਦਾ ਐਡਰੈਸ ਹੋ ਗਿਆ ਮੰਨ ਲਓ, ਤੇ ਜੋ ਤੁਸੀਂ ਐਡਰੈਸ ਦੇ ਦਿੱਤਾ ਤੇ ਯੈਸ ਕਰ ਦੇਣਾ ਵੀ ਥੱਲੇ ਸਾਡਾ ਦੋਵੇਂ ਐਡਰੈਸ ਸੇਮ ਹੀ ਆ। ਇੱਥੇ ਕੈਨੇਡਾ ਟੈਲੀਫੋਨ ਨੰਬਰ ਯੈਸ, ਇੱਥੇ ਆਪਣਾ ਨੰਬਰ ਭਰ ਦੇਣਾ 514 ਡਮ 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 01 ਨਾ ਕੋਲੋਂ ਕੋਈ ਨਾ ਕੋਈ ਨੰਬਰ ਭਰ ਦਈਏ। ਇਹ ਡੈਮੋ ਨੰਬਰ ਹੀ ਆ। ਹਾਂ ਮੰਨ ਲਓ ਡੈਮੋ ਨੰਬਰ ਭਰਤਾ, ਕਿਹੜਾ ਸਹੀ ਹੈ। ਇੱਥੇ ਆਪਣੀ ਈਮੇਲ ਜੋਗਾ 2-3, ਇਹ ਵੀ ਡੈਮੋ ਹੀ ਆ Gmail ਹੈ ਨਾ। ਤੇ ਇੱਥੇ ਕਦੇ ਵਾਧੂ ਨੰਬਰ ਭਰਨਾ ਹੋਵੇ ਆਪਣੇ ਯਾਰ ਦੋਸਤ ਦਾ ਭਰ ਸਕਦੇ ਜੀ, ਉੱਦਾਂ ਤਾਂ ਵੈਸੇ ਕੋਈ ਲੋੜ ਨਹੀਂ ਹੁੰਦੀ ਹੈ ਨਾ। ਤੇ ਇੰਨਾ ਅਸੀਂ ਕੈਨੇਡਾ ਕਿੱਦਣ ਆਏ, ਕੈਨੇਡਾ ਜਿੱਦਣ ਮੈਂ ਏਅਰਪੋਰਟ ਦੇ ਉੱਤੇ ਆ ਉਹ ਡੇਟ ਜਿਹੜੀ ਮੈਂ ਉੱਥੇ ਭਰੀ ਆ 2020, ਮੈਨੂੰ ਇਹ ਵੇਲੇ ਡੇਟ ਚੇਤਾ ਹੋਣੀ ਆ 01/01 ਹੈ ਨਾ। ਮੰਨ ਲਓ ਮੈਂ 1 ਤਰੀਕ ਨੂੰ ਆਇਆ ਤੇ ਮੈਂ ਆਹ ਵਾਲੀ ਡੇਟ ਜਿਹੜੀ ਆ ਤੇ ਡੇਟ ਆ ਜਾ ਕਿੱਥੇ ਗਈ ਬਾਬੂ ਮੇਰਾ, ਆਹ ਵਾਲੀ ਡੇਟ ਹੈ ਨਾ, ਕਿਉਂਕਿ ਇੰਨੀ ਤਰੀਕ ਨੂੰ ਮੈਂ ਆਇਆ ਮੈਨੂੰ ਸਟੱਡੀ ਪਰਮਿਟ ਮਿਲਿਆ, ਉਹ ਡੇਟ ਇੱਥੇ ਭਰ ਦੇਣੀ ਹੁੰਦੀ ਹੈ। ਪਰ ਇਹ ਵੇਖ ਲੈਣਾ ਜੇ ਤੁਹਾਨੂੰ ਸਟੱਡੀ ਪਰਮਿਟ ਬਾਅਦ ਚ ਮਿਲਿਆ ਫਿਰ ਇਹ ਡੇਟ ਵੱਖਰੀ ਹੁੰਦੀ ਆ। ਇਹ ਅਰਾਈਵਿੰਗ ਦੀ ਡੇਟ ਆ ਵੀ ਜਿੱਦਾਂ ਤੁਸੀਂ ਉਤਰੇ ਜੇ ਇੱਥੇ ਲੈਂਡ ਕੀਤਾ ਵਾ। ਪਲੇਸ PE ਹੈ ਨਾ, ਜਿੱਥੇ ਤੁਸੀਂ ਉਤਰੇ ਜੇ ਏਅਰਪੋਰਟ ਤੇ ਉਹ ਏਅਰਪੋਰਟ ਦੇ ਹਿਸਾਬ ਨਾਲ ਨਾਂ ਭਰ ਲੈਣਾ। ਤੇ ਇੱਥੇ ਹੁਣ ਇੱਥੇ ਅਸੀਂ ਭਰਨਾ ਸਕੂਲ ਦਾ ਸਾਰਾ ਕੁਝ, ਜਿਹੜੀ ਸਾਨੂੰ ਸਕੂਲ ਨੇ ਲੈਟਰ ਦੇਣੀ ਹੈ ਇੱਕ ਹੈ ਨਾ, ਉਹਦਾ ਨਾਮ ਲੈਟਰ ਦਾ ਯਾਦ ਭੁੱਲ ਗਿਆ ਵਾ, ਤੇ ਸਕੂਲ ਵਾਲੇ ਦਿੰਦੇ ਹੁੰਦੇ ਆ ਯਾਰਨੀ ਦੇ ਵਾਸਤੇ ਡਾਕੂਮੈਂਟ ਹੁੰਦੇ, ਮੈਂ ਤੁਹਾਨੂੰ ਸਟਾਰਟਿੰਗ ਦਾ ਦੱਸਿਆ ਵਾ ਤਾਂ, ਉਹ ਲੈਟਰ ਦੇ ਉੱਤੇ ਸਾਡੀ ਸਾਰੀ ਜਾਣਕਾਰੀ ਹੁੰਦੀ ਆ ਹੈ ਨਾ। ਅਸੀਂ CDI ਕਾਲਜ ਦਾ ਮੰਨ ਕੇ ਚੱਲਦੇ ਹਾਂ। ਐਡਰੈਸ ਭਰਨਾ COD ਕਾਲਜ CDI, ਲੈਵਲ ਆਫ ਸਟੱਡੀ ਵਿਲ ਬੀ, ਹੁਣ ਅਸੀਂ ਡਿਪਲੋਮਾ ਹੀ ਕਰਨੇ ਹੁੰਦੇ ਜ਼ਿਆਦਾਤਰ, ਤੇ IT 'ਚ ਹੀ ਹੁੰਦੀ ਹੈ ਨਾ ਸਾਡਾ, ਜੇ ਕੰਪਿਊਟਿੰਗ ਜਾਂ ਆਪਣੇ ਹਿਸਾਬ ਨਾਲ ਜਿਹੜੀ ਵੀ ਤੁਹਾਡੀ ਚੱਲਣ ਦੀ। ਪ੍ਰੋਵਿੰਸ ਕਿਹੜੀ ਵਿੱਚ ਆ, ਸਿਟੀ ਕਿਹੜੀ ਆ, ਮੌਂਟਰੀਅਲ ਆ ਗਿਆ। ਹੁਣ ਐਡਰੈਸ 416 ਹੈ ਨਾ, ਤੇ ਐਡਰੈਸ ਮੇਰੇ ਕੋਲ ਚੰਗੀ ਤਰ੍ਹਾਂ ਨਹੀਂ ਆ, ਐਡਰੈਸ ਮੈਂ ਤੁਹਾਨੂੰ ਕੋਲੋਂ ਭਰ ਦਿੰਦਾ ਵਾ। ਮੇਜ਼ੋਂ ਆਪਣਾ ਐਡਰੈਸ ਇੱਕ ਸਹੀ ਕਰ ਲਿਓ ਵੇਖ ਕੇ ਆਪ ਤੁਹਾਡੇ ਨਾ। ਤੇ DLI ਨੰਬਰ ਹਰ ਕਾਲਜ ਦਾ ਹੁੰਦਾ, ਜਿਵੇਂ 0 ਨਹੀਂ ਹੋ ਕੇ 0 ਜੇ ਇੱਕ ਵਾਰੀ ਚੰਗੀ ਤਰ੍ਹਾਂ ਕਨਫਰਮ ਕਰ ਲਿਓ। 246881 ਇਹ ਆਪਣਾ CDI ਕਾਲਜ ਦਾ। ਸਟੂਡੈਂਟ ID ਹੁੰਦੀ ਆ ਤੇ ਪਹਿਲੇ ਨੰਬਰ ਤੇ O ਹੀ ਹੁੰਦਾ ਫਿਰ ਹੈ ਨਾ। ਸਟੂਡੈਂਟ ID ਆ ਜਿਵੇਂ ਪਹਿਲੇ ਨੰਬਰ ਤੇ O ਹੀ ਉਹਦੇ। ਸਟੂਡੈਂਟ ID ਮੰਨ ਲਓ ਜਿਵੇਂ ਮੇਰੀ ਆ ਨਾ, ਡੈਮੋ ਜੀ ਤੁਹਾਨੂੰ ਦੇਣੀ ਹੁੰਦੀ ਹੈ। ਹੁਣ ਆ ਸਟੂਡੈਂਟ ID ਤੇ ਸਟੱਡੀ ਦੀ ਡੇਟ ਭਰਨੀ ਹੈ। ਐਕਸਪੈਕਟਡ ਡਿਊਰੇਸ਼ਨ ਆਫ ਸਟੱਡੀ ਤੁਹਾਡੀ ਜਿੰਨੀ ਰਹਿ ਗਈ ਆ, ਤੁਹਾਡੇ ਲਾਸਟ ਡੇਟ ਕਿੰਨੀ ਸੀ ਉੱਥੇ ਜਿਵੇਂ ਪੁਰਾਣੇ ਦੀ ਹੈ ਨਾ, ਤੇ ਇੱਥੇ ਜਿਹੜੀ ਇੱਥੇ ਲਾਸਟ ਡੇਟ ਆ ਨਾ, ਇੱਥੇ ਜਿਹੜੀ ਲਾਸਟ ਡੇਟ ਆ ਜਿਵੇਂ 26/6/2021 ਹੈ ਨਾ, ਇਹ ਤੁਸੀਂ ਇੱਥੇ ਸਟਾਰਟਿੰਗ 'ਤੇ ਲਿਖ ਦੇਣੀ ਹੈ।
2021 6/26 ਇਹ ਤੁਹਾਡੀ ਮਤਲਬ ਵੀ ਲਾਸਟ ਡੇਟ ਆ। ਇੱਥੇ ਤੁਸੀਂ ਲਿਖਣਾ ਜਦੋਂ ਤੱਕ ਤੁਹਾਡੀ ਸਟੱਡੀ ਖਤਮ ਹੋਣੀ, ਤੁਹਾਨੂੰ ਜਿਹੜੀ ਸਕੂਲ ਨੇ ਲੈਟਰ ਦੇਣੀ ਆ, ਇੱਕ ਐਨਰੋਲਮੈਂਟ ਲੈਟਰ ਸੱਚ ਜਿਹਨੂੰ ਕਹਿੰਦੇ ਆ, ਐਨਰੋਲਮੈਂਟ ਲੈਟਰ ਦੀ ਲਾਸਟ ਡੇਟ ਤੁਹਾਡੀ ਸਟੱਡੀ ਦੀ ਹੋਣੀ ਹੈ। ਜਿਵੇਂ ਮੰਨ ਲਓ ਵੀ ਮੇਰੀ ਸਟੱਡੀ ਦੀ ਲਾਸਟ ਡੇਟ ਆ 2021 ਤੱਕ ਹੈ ਨਾ, ਮੈਨੂੰ ਉਹਨਾਂ ਐਨਰੋਲਮੈਂਟ ਲੈਟਰ ਜਿਹੜੀ ਦਿੱਤੀ ਉੱਤੇ ਡੇਟ ਲਿਖੀ ਹੈ, ਫਿਰ ਉਹ ਡੇਟ ਮੈਂ ਇੱਥੇ ਲਾਸਟ ਲਿਖ ਦੇਣੀ ਆ। ਜਿੱਦਣ ਮੇਰਾ ਸਟੱਡੀ ਪਰਮਿਟ ਖਤਮ ਹੋਣ ਡਿਆ ਵਾ ਉਦੋਂ ਦੀ ਇੱਥੇ ਮੈਂ ਸਟਾਰਟਿੰਗ ਡੇਟ ਆਹ ਲਿਖ ਦੇਣੀ ਫਰੋਮ, ਫਿਰ ਉਹ ਤੋਂ ਲੈ ਕੇ ਜਿਹੜੀ ਐਕਸਪੈਕਟ ਮੈਨੂੰ ਰਹਿ ਗਈ ਸਟੱਡੀ ਉਹਦੀ ਮੇਰੀ ਆਹ ਡੇਟ ਆ, ਤੇ ਇੱਥੋਂ ਲੈ ਕੇ ਤਾਂ ਇੰਨੀ ਸਟੱਡੀ ਮੇਰੀ ਰਹਿ ਗਈ, ਮੇਰੇ ਕੋਲ ਜਿਹੜਾ ਸਟੱਡੀ ਪਰਮਿਟ ਹੈ ਨਹੀਂ ਆ ਉੱਥੇ ਲਿਖ ਦੇਣਾ। ਇੱਥੇ ਫੀਸ ਮੰਨ ਲਓ ਮੇਰੀ ਰਹਿ ਗਈ ਹੈ $4000 ਹੈ ਨਾ ਤਾਰਨ ਵਾਲੀ, ਮੇਰੇ ਅਕਾਊਂਟ 'ਚ ਫੰਡ ਹੋਈ $8000, ਜਿਹੜੀ ਰਹਿ ਗਈ ਡੇਟ ਉਹ ਲਿਖਣੀ ਹੈ ਇੱਥੇ, ਤੇ ਮੇਰੇ ਕੋਲ ਜਿੰਨਾ ਫੰਡ ਵਾ ਪੇਅਰਡ ਬਾਏ, ਤੁਹਾਡੇ ਫੰਡ ਕਿੰਨੇ ਪੇ ਕਰਨੇ ਆ ਅਸੀਂ ਆਪ ਹੀ ਕਰਨੇ ਹੁੰਦੇ, ਜੇ ਪੇਰੈਂਟਸ ਉੱਥੇ ਉਹਨਾਂ ਦਾ ਲੈਟਰ ਲਾਉਣੀ ਪੈਂਦੀ ਹੈ, ਅਸੀਂ ਆਪ ਹੀ ਕਰਦੇ ਹਾਂ। ਇੱਥੇ ਨਾ ਇੱਕ ਕੰਮ ਹੋਰ ਕਰ ਲਿਓ, ਕੋਪ ਟ੍ਰੇਨਿੰਗ ਲੱਗਦੀ ਹੁੰਦੀ ਆ, ਬਸ ਨਾ ਸਾਨੂੰ ਇੱਕੋ ਹੀ ਆਹੋ ਚੀਜ਼ ਓਕੇ ਕਰਨੀ ਪੈਂਦੀ, ਇੱਥੇ ਜੈਸ ਤੇ ਇੱਥੇ ਕੋਪ ਦਾ ਆਪਸ਼ਨ ਤੇ ਓਕੇ ਕਰਨੀ ਪੈਂਦੀ ਹੈ, ਤੇ ਇਹੋ ਇੱਕ ਕਰਕੇ ਸਾਨੂੰ ਕੋਪ ਦਾ ਵਰਕ ਪਰਮਿਟ ਮਿਲ ਜਾਂਦਾ ਵਾ, ਤੇ ਉੱਦਾਂ ਸਾਨੂੰ ਫਿਰ ਦੋਹਰੇ ਫਾਹ ਲੈਣਾ ਪੈਂਦਾ, ਤੇ ਬਸ ਸਾਨੂੰ ਲੈਟਰ ਨਾਲ ਹੀ ਕਾਲਜ ਵਾਲੇ ਦੇ ਦਿੰਦੇ, CDI ਵਾਲੇ ਤਾਂ ਨਾਲ ਹੀ ਡਾਕੂਮੈਂਟਾਂ ਦੇ ਲੈਟਰ ਦੇ ਜਾਂਦੇ, ਅਸੀਂ ਅਪਲਾਈ ਕਰ ਸਕਦੇ, ਬਸ ਇੱਕੋ ਹੀ ਟਿਕ ਮਾਰਨੀ ਹੁੰਦੀ ਹੈ। ਇੱਕ ਕੋਪ ਦਾ ਬੜਾ ਜ਼ਰੂਰੀ ਹੁੰਦਾ ਵੈਸੇ। ਹਾਂ CA ਕਿਊਬ ਦਾ ਉਹਨਾਂ ਨੂੰ ਪਤਾ ਵਾ ਜਿਹੜੇ ਕਿਊਬਿਕ ਸਟੂਡੈਂਟ ਸਟੱਡੀ ਕਰਦੇ ਆ, ਹੁਣ CA ਕਿਊਬ ਕੀ ਹੁੰਦਾ ਮੈਂ ਤੁਹਾਨੂੰ ਦੱਸ ਵੀ ਦਊਂ ਕਿਹੜਾ ਨੰਬਰ, ਡੋਜ਼ੀਅਰ ਨੰਬਰ ਹੁੰਦਾ ਮੇ ਬੀ, ਹਾਂ ਡੋਜ਼ੀਅਰ ਨੰਬਰ ਮਾਈਟ ਵੀ ਹੁੰਦਾ ਵਾ, ਤੇ ਇਹ CA ਕਿਊਬ ਦਾ ਨੰਬਰ ਉੱਥੇ ਭਰਨਾ ਹੁੰਦਾ। ਤੇ ਇੱਥੇ ਜਿਵੇਂ CA ਕਿਊਬ ਦਾ ਨੰਬਰ ਲਾ ਲਓ, ਹੁਣ ਤੁਹਾਡੇ CA ਕਿਊਬ ਦਾ ਨੰਬਰ ਲਿਖਿਆ, ਹੋਰ ਨਹੀਂ ਕਿਸੇ ਨੂੰ ਪਤਾ ਹੁੰਦਾ, ਜਿਹੜੇ ਕਿਊਬਿਕ ਸਟੱਡੀ ਕਰਦੇ ਮੌਂਟਰੀਅਲ ਵਿੱਚ ਉਹਨਾਂ ਨੂੰ ਪਤਾ ਹੁੰਦਾ ਵੀ CA ਕਿਊਬ ਦਾ ਨੰਬਰ ਕੀ ਹੁੰਦਾ ਵਾ। ਜੇ ਇੱਥੇ ਲਿਖ ਕੇ CA ਕਿਊਬ ਦਾ ਤੁਹਾਨੂੰ ਜਿਹੜਾ ਇੱਥੇ ਵਰਕ ਪਰਮਿਟ ਮਿਲਣਾ ਨਾ, ਉਹ ਜੇ ਮੰਨ ਲਓ ਤੁਹਾਡੀ ਸਟੱਡੀ ਮੁੱਕਣ ਦੀ ਆ 2021 ਤੇ 31 ਨੂੰ, ਤੇ ਤੁਹਾਡੇ ਕੋਲ 28 ਤੱਕ ਆ ਹੈ ਨਾ, ਵੀ 12ਵੇਂ ਮਹੀਨੇ ਦੀ 28 ਤਰੀਕ ਤੱਕ ਹੀ ਤੁਹਾਡੇ ਕੋਲ ਜਿਹੜਾ ਵਾ ਆਪਣਾ ਉਹ CA ਕਿਊਬ, ਤੇ ਫਿਰ ਤੁਹਾਨੂੰ 28 ਤਰੀਕ ਤੱਕ ਹੀ ਮਿਲਣਾ ਵਾ। ਪਹਿਲਾਂ CA ਕਿਊਬ ਵਧਾਉਣਾ ਪੈਣਾ, ਫਿਰ ਇਹਦਾ ਫਾਇਦਾ ਵਾ, ਉੱਦਾਂ ਨੇ ਤੁਹਾਨੂੰ ਮਿਲਣਾ। ਐਜੂਕੇਸ਼ਨ ਮੈਂ +2 ਹੀ ਜਿਵੇਂ ਹੈ ਨਾ, ਤੇ ਇੱਥੇ ਨੋ ਕਰ ਦੇਣਾ, ਜਿਹਨੇ ਮਤਲਬ ਵੀ ਆਪੋ ਆਪਣੀ ਐਜੂਕੇਸ਼ਨ ਦੇ ਹਿਸਾਬ ਨਾਲ ਜਿੰਨੀ ਕਿਸੇ ਨੇ ਕੀਤੀ ਆ, ਜੇ ਕਹਿੰਦੇ ਕੀਤੀ ਤੇ ਇੱਥੇ ਲਾ ਦੇਣਾ ਵਾ, ਜੇ ਕਹਿੰਦੇ ਕੁਛ ਕੀਤਾ ਡਿਪਲੋਮਾ, ਜਿਹਨੇ +2 ਨੇ ਨੋ ਕਰ ਦੇਣਾ ਵਾ। ਵੈਸੇ ਇਹਦੀ ਜ਼ਿਆਦਾ ਕੋਈ ਚੱਕਰ ਨਹੀਂ ਹੁੰਦਾ, ਜੇ ਕਹਿੰਦੇ ਕੀਤੀ ਹੋਵੇ ਕਰ ਲਈਦਾ। ਇੰਪਲੋਇਮੈਂਟ ਇੱਥੇ ਜੋਬ ਕਿਹੜੀ ਸੀ ਕਰਨ ਦੇ, ਤੇ ਐਸਟੀਮੇਟਡ ਡੇਟ ਹੁੰਦੀ ਕਦੋਂ ਤੁਸੀਂ ਮੰਨ ਲਓ ਜੋਬ ਕਰਨ ਦੇ, ਮੈਂ 2020 ਤੋਂ ਕਰਨ ਡਿਆ ਵਾਂ, ਕਿਹੜਾ ਮਹੀਨੇ 12ਵੇਂ ਮਹੀਨੇ ਨਹੀਂ ਹਾਂ 12ਵੇਂ ਮਹੀਨੇ ਤੋਂ ਮੈਂ ਜੋਬ ਕਰਨ ਡਿਆ। ਮੇਰਾ ਕੰਮ ਕੀ ਡਰਾਈਵਰ ਹੈ ਨਾ, ਕੰਪਨੀ ਪੀਜ਼ਾ ਵਿੱਚ ਮੈਂ ਡਰਾਈਵਰ ਹਾਂ। ਸਿਟੀ ਜਾਂ ਟਾਊਨ ਕਿੱਥੇ ਕਰਨ ਡਿਆ ਵਾਂ, ਮੌਂਟਰੀਅਲ ਵਿੱਚ ਹੈ ਨਾ, ਬਸ ਆਪਣਾ ਲਿਖ ਦੇਣਾ, ਇੰਨੀ ਜਾਣਕਾਰੀ ਪਾਉਣ ਦੀ ਜ਼ਰੂਰਤ ਹੁੰਦੀ ਹੈ, ਬਾਕੀ ਉਹਨਾਂ ਨੂੰ ਪਤਾ ਹੀ ਹੁੰਦਾ ਵਾ, ਬਾਕੀ ਉਹਨਾਂ ਨੂੰ ਪਤਾ ਹੀ ਕੰਟਰੀ ਕੈਨੇਡਾ ਹੀ ਵੈਸੇ ਭਰ ਦੋ ਤਾਂ ਚੰਗਾ, ਵੈਸੇ ਜ਼ਰੂਰੀ ਮੈਂ ਕਿਹਾ ਨਹੀਂ ਆ। ਕਨਾਡਾ ਕਿੱਥੇ ਗਿਆ, ਪ੍ਰੋਵਿੰਸ ਵੈਸੇ ਚਲੋ ਹੁਣ ਜਿੰਨਾ, ਕਿਉਂਕਿ ਜੋ ਕੰਟਰੀ ਸਿਲੈਕਟ ਕਰਤੀ, ਜੇ ਹੋਰ ਵੀ ਜੋਬਾਂ ਕੀਤੀਆਂ ਨਾ ਸਾਰੀਆਂ ਲਿਖ ਦੇਣੀਆਂ, ਪ੍ਰੀਵੀਅਸ ਪੋਜੀਸ਼ਨ ਜੋ ਵੀ ਗੋਵਲ, ਤੇ ਇਹੋ ਲਾਸਟ ਜ਼ਰੂਰਤ ਹੁੰਦੀ ਆ। ਇੰਪਲੋਇਮੈਂਟ ਹੈ ਨਾ, ਕੰਟੀਨਿਊਡ ਅਸੀਂ ਕੀਤੀ ਨਹੀਂ, ਨੋ ਮੈਂ ਯਾਤਰਾ ਕੁਐਸਚਨ ਇੱਕ ਵਾਰੀ ਪੜ੍ਹ ਲਿਓ, ਮੈਂ ਤਾਂ ਨੋ ਹੀ ਕੀਤੀ, ਕਿਉਂਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਇਹਨਾਂ 'ਚੋਂ। ਹਾਂ ਇੱਕ ਵਾਰੀ ਪੜ੍ਹਨਾ ਜ਼ਰੂਰੀ ਹੈ, ਇੱਕ ਵਾਰੀ ਪੜ੍ਹ ਕੇ ਟਿਕ ਮਾਰਿਓ ਹੈ ਨਾ, ਐਵੇਂ ਟਿਕਾਂ ਮਾਰੀ ਜਾਓ, ਫਿਰ ਪੜ੍ਹਨਾ ਜ਼ਰੂਰੀ ਹੈ, ਹਰ ਇੱਕ ਦਾ ਆਪਣੇ ਹਿਸਾਬ ਨਾਲ ਹੁੰਦਾ ਵਾ। ਤੇ ਇੱਥੇ ਮੈਂ ਜੈਸ ਲਾਇਆ ਸੀ, ਤੇ ਇੱਥੇ ਆਪਣੇ ਸਿਗਨੇਚਰ ਜਗਪ੍ਰੀਤ ਸਿੰਘ ਹੈ ਨਾ, ਤੇ ਇੱਥੇ ਆਪਣੀ ਜੋ ਵੀ ਡੇਟ, ਜਿੰਨੀ ਵੀ ਡੇਟ ਨੂੰ ਤੁਸੀਂ ਇਹ ਸਬਮਿਟ ਕਰਨ ਦੇ ਉਹ ਡੇਟ ਭਰ ਦਿਓ, ਤੇ ਭਰ ਕੇ ਮੁੜ ਕੇ ਤੁਸੀਂ ਇਹਨੂੰ ਵੈਲੀਡੇਟ ਕਰ ਦੇਣਾ। ਜਦੋਂ ਤੁਸੀਂ ਵੈਲੀਡੇਟ ਕਰ ਦੋਗੇ ਨਾ, ਇੱਦਾਂ ਦਾ ਹੋ ਜਾਣਾ, ਇਹ ਤੁਹਾਨੂੰ ਦੱਸੂਗਾ ਵੀ ਕਿੱਦਾਂ ਦਾ ਹੋ ਜਾਣਾ। ਆ ਵੇਖੋ ਵੈਲੀਡੇਟ ਕੀਤਿਆਂ, ਵੈਲੀਡੇਟ ਕਰਨ ਦਾ ਇਹ ਫਾਇਦਾ ਵਾ, ਆ ਵੇਖਿਓ ਮਤਲਬ ਕਿ ਜਿਹੜੀ ਤੁਹਾਡੀ
ਚੀਜ਼ ਗਲਤ ਆ, ਇਹਨੇ ਦੱਸ ਦੇਣੀ ਵੀ ਆਹ ਚੀਜ਼ ਜ਼ਰੂਰ ਭਰਨੀ ਪੈਣੀ। ਸੈਲੂਲਰ ਹੈ ਨਾ, ਵੈਲੀਡੇਟ ਦਾ ਇਹ ਫਾਇਦਾ। ਆ ਵੇਖੋ ਦੂਸਰੀ ਚੀਜ਼ ਕਿਹੜੀ ਆ, ਉਹ ਪਰਪਸ। ਆ ਵੇਖੋ ਇਹ ਫਾਇਦਾ ਵਾ ਵੀ ਜਿਹੜੀ ਚੀਜ਼ ਸਾਡੇ ਕੋਲ ਨਹੀਂ ਭਰੀ ਗਈ ਉਸੇ ਵੇਲੇ ਹੋ ਜਾਣਾ। ਚਲੋ ਵੈਲੀਡੇਟ ਜ਼ਰੂਰ ਕਰਨਾ ਇਹਨੂੰ ਫੋਰਮ ਨੂੰ, ਜਿਹੜੀ ਚੀਜ਼ ਨਹੀਂ ਭਰੀ ਗਈ। ਆ ਵੇਖੋ ਵੈਲੀਡੇਸ਼ਨ ਕੰਪਲੀਟ ਸਕਸੈਸਫੁਲ, ਓਕੇ। ਟੈਨਸ਼ਨ ਨਹੀਂ ਲੈਣੀ, ਇਹਨੇ ਇੱਦਾਂ ਦਾ ਹੋ ਜਾਣਾ, ਮਤਲਬ ਕਿ ਸਾਡਾ ਭਰ ਗਿਆ, ਓਕੇ ਹੋ ਗਿਆ। ਤੇ ਵੀਡੀਓ ਲੰਮੀ ਆਹ ਡੇਟ ਜ਼ਰੂਰ ਭਰ ਲੈਣੀ ਵੈਲੀਡੇਟ ਕਰਨ ਤੋਂ ਪਹਿਲਾਂ। ਡੇਟ ਦਾ ਚੱਕਰ ਨਹੀਂ ਹੁੰਦਾ ਕੋਈ, ਪਰ ਡੇਟ ਭਰ ਕੇ ਫਿਰ ਹੀ ਸਬਮਿਟ ਕਰਨਾ। ਤੇ ਜੇ ਤੁਹਾਨੂੰ ਕੋਈ ਸਵਾਲ ਹੋਊਗਾ ਤਾਂ ਦੱਸ ਦਿਓ। ਵੀਡੀਓ ਜ਼ਰੂਰ ਲੰਮੀ ਜਾਂਦੀ ਹੈ, ਪਰ ਜੇ ਹੋਰ ਕੋਈ ਐਕਸਕਿਊਜ਼ ਬੜੇ ਹੁੰਦੇ ਇਹਦੇ ਵਿੱਚ, ਤੇ ਕੋਈ ਚੱਕਰ ਨਹੀਂ ਆ, ਵੈਸੇ ਭਰੋ। ਬਾਕੀ ਵੀ ਜੇ ਕੋਈ ਪ੍ਰੋਸੈਸ ਚਾਹੀਦਾ ਹੋਊਗਾ ਤਾਂ ਦੱਸ ਦਾਂਗੇ। ਆ ਵੇਖੋ ਵੈਲੀਡੇਟ ਯੈਸ ਆ ਗਿਆ, ਵੈਲੀਡੇਟ ਹੋਇਆ ਵਾ, ਮਤਲਬ ਸਾਰਾ ਸਹੀ ਭਰਿਆ ਗਿਆ ਵਾ। ਇੱਕ ਵਾਰੀ ਜ਼ਰੂਰ ਵੇਖ ਲੈਣਾ ਵਾ। ਫੋਰਮ ਭਰਨ ਤੋਂ ਪਹਿਲਾਂ ਆਪ ਹਰ ਇੱਕ ਚੀਜ਼ ਨੂੰ ਜ਼ਰੂਰ ਪੜ੍ਹਨਾ, ਕਿਉਂਕਿ ਹਰ ਇੱਕ ਬੰਦੇ ਦਾ ਆਪਣੇ ਹਿਸਾਬ ਨਾਲ ਡਾਕੂਮੈਂਟੇਸ਼ਨ ਹੁੰਦੀ ਆ। ਤੇ ਬਾਕੀ ਕੋਈ ਸਵਾਲ ਹੋਊਗਾ ਤੇ ਕਮੈਂਟ ਬਾਕਸ ਵਿੱਚ ਕਰ ਦਿਓ, ਹੈਲਪ ਜ਼ਰੂਰ ਕਰ ਦਾਂਗੇ ਜਿੰਨਾ ਸਾਨੂੰ ਪਤਾ ਹੋਊਗਾ। ਤੇ ਕੋਈ ਚੱਕਰ ਨਹੀਂ ਆ। ਬਾਕੀ ਗਾਂਹ ਨੂੰ ਗਾਂਹ ਆਉਣ ਵਾਲੇ ਸਮੇਂ 'ਚ ਵੀਡੀਓ ਪਾਉਂਦੇ ਰਵਾਂਗੇ, ਜਿਵੇਂ ਕਿ ਸਾਨੂੰ ਜਾਣਕਾਰੀ ਹੁੰਦੀ ਜ਼ਰੂਰ ਪਾਈ ਦੀ ਹੈ, ਜ਼ਰੂਰ ਕੋਸ਼ਿਸ਼ ਕਰਦੀ ਕਿ ਹੈਲਪ ਕਰੀਏ।